ਵੈਲਕਮ ਟੂ ਖੰਨਾ ਨਿਊਜ਼ ਲਾਈਵ। ਪੇਂਡੂ ਵਿਕਾਸ ਅਤੇ ਪੰਚਾਇਤੀ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਖੰਨਾ ਸਬ ਡਿਵੀਜ਼ਨ ਅਧੀਨ ਪੈਂਦੇ ਪਿੰਡ ਇਸੜੂ ਦੀ 40 ਕਰੋੜ ਰੁਪਏ ਦੀ ਕੀਮਤ ਵਾਲੀ 100 ਏਕੜ ਜ਼ਮੀਨ ਨੂੰ ਨਜਾਇਜ਼ ਕਬਜ਼ੇ ਤੋਂ ਮੁਕਤ ਕਰਵਾ ਲਿਆ। ਕਬਜ਼ੇ ਵਾਲੀ ਜ਼ਮੀਨ ਦਾ ਕਬਜ਼ਾ ਵਾਪਸ ਲੈਣ ਉਪਰੰਤ ਗੱਲਬਾਤ ਕਰਦਿਆਂ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਜ਼ਮੀਨ ਦੀ ਬਾਜ਼ਾਰ ਕੀਮਤ 40 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਉਹਨਾਂ ਦੱਸਿਆ ਕਿ ਇਸ ਜ਼ਮੀਨ ਤੇ 7 ਪਰਿਵਾਰਾਂ ਦੇ 54 ਵਿਅਕਤੀਆਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਸਨ। ਉਹਨਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਇਹਨਾਂ ਵਿਅਕਤੀਆਂ ਖਿਲਾਫ 30 ਮਈ 2022 ਨੂੰ DDPO ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ ਅਤੇ 21 ਜੂਨ 2022 ਨੂੰ DDPO ਅਦਾਲਤ ਨੇ ਪਿੰਡ ਦੀ ਪੰਚਾਇਤ ਦੇ ਹੱਕ ਵਿੱਚ ਹੁਕਮ ਸੁਣਾਏ ਸਨ। 27 ਜੂਨ 2022 ਨੂੰ DDPO ਅਦਾਲਤ ਨੇ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਵਾਰੰਟ ਜਾਰੀ ਕੀਤੇ। ਬਾਅਦ ਵਿੱਚ ਕਬਜ਼ਾਧਾਰਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਪਹੁੰਚ ਕੀਤੀ ਅਤੇ JDC ਪੇਂਡੂ ਵਿਕਾਸ ਨੂੰ 4 ਹਫ਼ਤਿਆਂ ਵਿੱਚ ਕੇਸ ਦਾ ਫੈਸਲਾ ਕਰਨ ਦੇ ਆਦੇਸ਼ ਦਿੱਤੇ। ਉਹਨਾਂ ਕਿਹਾ ਕਿ ਇਸ ਸਾਲ 11 ਅਪ੍ਰੈਲ ਨੂੰ ਆਖਿਰਕਾਰ JDC ਨੇ ਪਿੰਡ ਦੀ ਪੰਚਾਇਤ ਨੂੰ ਜ਼ਮੀਨ ਦੇ ਮਾਲਕ ਵਜੋਂ ਹੁਕਮ ਦਿੱਤੇ। ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਪੰਜਾਬ ਭਰ ਵਿੱਚ ਕਰੀਬ 12,500 ਏਕੜ ਜ਼ਮੀਨ ਦਾ ਕਬਜ਼ਾ ਪਹਿਲਾਂ ਹੀ ਲੈ ਲਿਆ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਸਾਲ ਵਿਭਾਗ ਨੇ ਬਾਕੀ ਰਹਿੰਦੇ ਕੇਸਾਂ ਦੇ ਨਿਪਟਾਰੇ ਲਈ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਹੈ ਅਤੇ ਪੰਜਾਬ ਵਿੱਚ ਬਾਕੀ ਰਹਿੰਦੀ ਕਬਜ਼ਿਆਂ ਵਾਲੀ ਜ਼ਮੀਨਾਂ ਨੂੰ ਛਡਾਉਣ ਲਈ ਯਕੀਨੀ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਸੂਬਾ ਸਰਕਾਰ ਹਰ ਜ਼ਮੀਨ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਵਚਨਬੱਧ ਹੈ। ਉਹਨਾਂ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਸਵੈ ਇੱਛਾ ਨਾਲ ਕਬਜ਼ੇ ਵਾਲੀ ਸਰਕਾਰੀ ਜ਼ਮੀਨਾਂ ਨੂੰ ਖਾਲੀ ਕਰਵਾਉਣ ਤਾਂ ਜੋ ਇਸ ਜ਼ਮੀਨ ਤੋਂ ਇਕੱਠੇ ਹੋਣ ਵਾਲੇ ਮਾਲੀਏ ਦੀ ਵਰਤੋਂ ਸੂਬੇ ਦੇ ਵਿਕਾਸ ਲਈ ਕੀਤੀ ਜਾ ਸਕੇ। ਅੱਜ ਪਿੰਡ ਇਸੜੂ ਦੇ ਵਿੱਚ ਖੰਨੇ ਤੋਂ ਮਲੇਰਕੋਟਲਾ ਰੋਡ ਦੇ ਉੱਤੇ ਲਗਭਗ ਸਾਡਾ 6 ਤੋਂ 7 ਏਕੜ ਦਾ ਫਰੰਟ ਆ ਤੇ ਕਰੋੜਾਂ ਦੀ ਕੀਮਤ ਦੀ ਇਹ ਜ਼ਮੀਨ 100 ਏਕੜ ਦੇ ਕਰੀਬ ਅੱਜ ਪੰਜਾਬ ਸਰਕਾਰ ਵੱਲੋਂ ਪੰਚਾਇਤ ਵਿਭਾਗ ਦੇ ਸਾਡੇ ਅਧਿਕਾਰੀ ਸ਼ਾਮਲਾਟ ਸੈੱਲ ਦੇ ਇੰਚਾਰਜ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਲੁਧਿਆਣੇ ਤੋਂ SSP ਸਾਹਿਬ ਤੇ ਹੋਰ ਵੀ ਜਿੰਨੇ ਵੀ ਸਾਡੇ ਪੰਚਾਇਤ ਮਹਿਕਮੇ ਦੇ ਅਧਿਕਾਰੀ ਰੂਰਲ ਡਿਵੈਲਪਮੈਂਟ ਦੇ ਅਧਿਕਾਰੀ ਨਾਲ ਜਾ ਕੇ ਅੱਜ ਕਬਜ਼ਾ ਲਿਆ ਗਿਆ। ਤੇ ਇਸੇ ਤਰ੍ਹਾਂ ਰੂਟੀਨ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪਿਛਲੇ ਸਾਲ ਲਗਭਗ 9,000 ਏਕੜ ਦੇ ਕਰੀਬ ਕਬਜ਼ਾ ਲਿਆ ਗਿਆ ਤੇ ਇਸ ਸਾਲ ਵੀ ਲਗਾਤਾਰ ਕਬਜ਼ਾ ਜਿਹੜਾ ਉਹ ਲਿਆ ਜਾ ਰਿਹਾ। ਲਗਭਗ 11,500 ਏਕੜ ਜਿਹੜੀ ਜ਼ਮੀਨ ਆ ਉਹ ਪੰਜਾਬ ਸਰਕਾਰ ਦੇ ਪੰਚਾਇਤ ਵਿਭਾਗ ਦੇ ਕਬਜ਼ੇ ਅਧੀਨ ਆ ਗਈ ਹੈ ਤੇ ਜਿਹੜੀ ਅੱਜ ਜ਼ਮੀਨ ਦਾ ਕਬਜ਼ਾ ਲਿਆ ਲਗਭਗ ਘੱਟੋ ਘੱਟ 40 ਕਰੋੜ ਦੀ ਕੀਮਤ ਦੀ ਜ਼ਮੀਨ ਆ। ਇਹ ਇਕੱਲੀ ਇਸੜੂ ਪਿੰਡ ਦੀ ਤੇ ਉੱਦਾਂ ਤਾਂ ਸਾਡੀ ਪੂਰੇ ਪੰਜਾਬ ਦੇ ਵਿੱਚ ਹੀ ਜਿਹੜੀ ਪੰਚਾਇਤ ਵਿਭਾਗ ਦੇ ਸਾਡੇ ਅਧਿਕਾਰੀ ਆ ਉਹ ਰੋਜ਼ਾਨਾ ਹਰ ਜ਼ਿਲ੍ਹੇ ਦੇ ਵਿੱਚ ਹਰ ਪਿੰਡ ਦੇ ਵਿੱਚ ਜਿੱਥੇ ਜਿੱਥੇ ਨਜਾਇਜ਼ ਕਬਜ਼ੇ ਆ ਲੋਕਾਂ ਦੇ ਉੱਥੇ ਕਬਜ਼ੇ ਲਏ ਜਾ ਰਹੇ ਆ। ਕਈ ਜਗ੍ਹਾ ਤੇ ਥੋੜੀ ਦਿੱਕਤ ਆਉਂਦੀ ਹੈ ਤੇ ਮੈਂ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦਾ ਕਿ ਲੰਬਾ ਸਮਾਂ ਆਪਾਂ ਇਸ ਜ਼ਮੀਨ ਤੋਂ ਆਪਾਂ ਆਮਦਨ ਖਾਧੀ ਆਪਣੇ ਪਰਿਵਾਰ ਪਾਲੇ ਆ ਤੇ ਆਖਰਕਾਰ ਤੇ ਵੇਖੋ ਜਿਹੜਾ ਜ਼ਮੀਨ ਦਾ ਮਾਲਕ ਹੋਵੇ ਜ਼ਮੀਨ ਉਸੇ ਦੀ ਹੁੰਦੀ ਆ ਭਾਵੇਂ ਕਿਸੇ ਵਿਅਕਤੀ ਤੋਂ ਆਪਾਂ ਠੇਕੇ ਤੇ ਲਈ ਹੋਵੇ। ਕਈ ਵਾਰੀ ਲੜਾਈਆਂ ਝਗੜੇ ਪੈਂਦੇ ਆ ਆਪਾਂ ਵੇਖਦੇ ਆ ਕਿਸੇ ਤੋਂ ਠੇਕੇ ਤੇ ਜ਼ਮੀਨ ਲਈ ਹੋਵੇ ਤੇ ਕਈ ਇਨਸਾਨ ਜਿਹੜੇ ਆ ਕਈ ਕਿਸਾਨ ਕਈ ਵਿਅਕਤੀ ਉਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ। ਉਸੇ ਤਰ੍ਹਾਂ ਹੀ ਜੇ ਜ਼ਮੀਨ ਆਪਾਂ ਕੋਈ ਆਬਾਦ ਵੀ ਕਿਸੇ ਨੇ ਕੀਤੀ ਆ ਭਰਾ ਨੇ ਤੇ ਆਖਰਕਾਰ ਮਾਲਕੀ ਤੇ ਸਰਕਾਰ ਦੀ ਹੈ ਨਾ ਤੇ ਜੇ ਸਰਕਾਰ ਦੀ ਮਾਲਕੀ ਆ ਉਹ ਸਮਝੋ ਪੂਰੇ ਪੰਜਾਬ ਦੀ ਆਵਾਮ ਦੀ ਮਾਲਕੀ ਆ। ਇਹ ਇਕੱਲੇ 1 2 4 ਜਾਂ 10 ਵਿਅਕਤੀਆਂ ਦੀ ਮਾਲਕੀ ਨਹੀਂ ਗੀ ਜਿਹੜੀ ਪੰਚਾਇਤ ਵਿਭਾਗ ਦੀ ਸ਼ਾਮਲਾਟ ਆ ਜਾਂ ਕੋਈ ਵੀ ਸਰਕਾਰੀ ਜ਼ਮੀਨ ਆ ਉਹ ਪੂਰੇ ਪੰਜਾਬ ਦੇ 3 ਕਰੋੜ ਲੋਕਾਂ ਦੀ ਮਾਲਕੀ ਆ। ਇਸ ਕਰਕੇ 3 ਕਰੋੜ ਲੋਕਾਂ ਦਾ ਹੱਕ ਇਹ ਨਹੀਂ ਕਿ ਕੋਈ 10 20 50 100 ਬੰਦੇ ਖਾ ਜਾਣ। ਪਿਛਲੀਆਂ ਸਰਕਾਰਾਂ 'ਚ ਹੋਇਆ ਕਿ ਜਿਹੜੇ ਵੀ ਵਿਅਕਤੀ ਕਾਬਿਜ਼ ਸਨ ਉਹਨਾਂ ਨੇ ਜਿਹੜੀਆਂ ਸੰਬੰਧਿਤ ਮੌਕੇ ਦੀਆਂ ਸਰਕਾਰਾਂ ਸਨ ਉਹਨਾਂ ਨਾਲ ਤੁਰ ਪੈਣਾ ਤੇ ਗਾਂ ਹੋਰ ਕਬਜ਼ੇ ਵਧਦੇ ਜਾਣੇ। ਆਮ ਆਦਮੀ ਪਾਰਟੀ ਦੀ ਸਰਕਾਰ ਬਣਤੇ ਮੁੱਖ ਮੰਤਰੀ ਸਾਹਿਬ ਨੇ ਜ਼ਮੀਨਾਂ ਛਡਾਉਣ ਦਾ ਧਈਆ ਲਿਆ ਤੇ ਕਈ ਜਗ੍ਹਾ ਤੇ ਸਾਡੇ MLA ਸਾਹਿਬਾਨ ਵੀ ਪੱਖ ਪੂਰਦੇ ਆ। ਕਈ ਜਗ੍ਹਾ ਤੇ ਮੈਂ ਵੇਖਿਆ ਕਿ ਬੰਦੇ ਸਾਡੇ ਨਾਲ ਨੇ ਇਹ ਕਬਜ਼ਾ ਨਾ ਲਿਆ ਜਾਵੇ। ਮੈਂ ਉਹਨਾਂ MLA ਸਾਹਿਬਾਨਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਵੀ ਬੰਦੇ ਇਹ ਕਾਬਜ਼ ਨੇ ਪੰਚਾਇਤੀ ਜ਼ਮੀਨਾਂ ਦੇ ਉਹਨਾਂ ਨੇ ਤੁਹਾਨੂੰ ਵੋਟ ਨਹੀਂ ਪਾਉਣੀ, ਉਹਨਾਂ ਅਗਲੀ ਵਾਰ ਹਵਾ ਵੇਖਣੀ ਹੈ ਵੀ ਕਿਹੜੀ ਪਾਰਟੀ ਦੀ ਹਵਾ ਉਸ ਪਾਸੇ ਨੂੰ ਹੋ ਜਾਣਾ। ਪਰ ਇੱਥੇ ਇੱਕ ਵੱਡਾ ਫਾਇਦਾ ਇਹ ਮਿਲਦਾ ਇੱਕ ਪਿੰਡ ਦੀ ਜੇ 2000 ਵੋਟ ਆ ਤੇ 10 ਬੰਦੇ ਕਾਬਜ਼ ਆ ਉਸ ਜ਼ਮੀਨ ਤੇ ਉਹ 10 ਬੰਦੇ ਭਾਵੇਂ ਨਾਰਾਜ਼ ਹੋ ਜਾਣਗੇ ਪਰ 2000 ਬੰਦਾ ਜਿਹੜਾ ਉਹ ਤੁਹਾਡੇ ਤੇ ਖੁਸ਼ ਹੋ ਜਾਏਗਾ। ਮੈਂ ਆਪਣੇ ਹਲਕੇ ਦੇ ਪਿੰਡ ਸਭਰਾ ਦੀ ਗੱਲ ਕਰਦਾ। ਪਿਛਲੇ ਸਾਲ 2-4 ਬੰਦਿਆਂ ਦੇ ਕਾਰਨ ਸਾਡੇ ਕਾਫੀ ਜ਼ਮੀਨ ਉੱਥੇ ਠੇਕੇ ਤੇ ਚੜ੍ਹਨੋਂ ਰਹਿ ਗਈ ਪਰ ਇਸ ਵਾਰ
बिना किसी पक्षपात तो बिना भेदभाव तो सारी जमीन की जिहड़ी आ कब्जा लैके बोली कराई गई। लगभग 125 एकड़ जमीन ही जिहड़ी लोग नजायज़ कब्जियां 'च वाही जा रहे सन, बोली कराई। ਜਿਹੜੇ ਕਾਂਗਰਸ ਅਕਾਲੀ ਦਲ ਦੇ ਕੱਟੜ ਹਮਾਇਤੀ ਸਨ, ਜਿਹੜੇ ਕਿ ਸਾਡੇ ਹਮੇਸ਼ਾ ਉਲਟ ਰਹਿੰਦੇ ਸਨ, ਉਹਨਾਂ ਨੇ ਵੀ ਸਾਡੇ ਹੱਕ ਦੇ ਵਿੱਚ ਬੋਲ ਕੇ ਪਾਇਆ, ਪੋਸਟਾਂ ਪਾਈਆਂ, ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਕਿ ਵਾਕਈ ਹੁਣ ਬਦਲਾਅ ਆਇਆ, ਸਰਕਾਰ ਬਣੀ ਆ। ਤੇ ਸਾਡਾ ਐਮਐਲਏ ਹੁਣ ਸਾਨੂੰ ਪਤਾ ਲੱਗਾ ਕਿ 47 ਤੋਂ ਬਾਅਦ 2022 ਚ ਸਾਡਾ ਐਮਐਲਏ ਬਣਿਆ। ਸਾਡੀ ਜਿਹੜੀ ਪੰਚਾਇਤੀ ਜ਼ਮੀਨ ਆ ਉਹਦੀ ਬਿਨਾਂ ਕਿਸੇ ਪੱਖਪਾਤ ਤੋਂ ਬਿਨਾਂ ਭੇਦਭਾਵ ਤੋਂ ਬੋਲੀ ਹੋਈ ਆ। ਤੇ ਮੈਂ ਆਪਣੇ ਐਮਐਲਏ ਸਾਹਿਬਾਨਾਂ ਨੂੰ ਵੀ ਇਹੋ ਬੇਨਤੀ ਕਰਦਾ ਕਿ ਜਿਹੜੇ ਕਬਜ਼ਾਧਾਰੀ ਨੇ ਉਹਨਾਂ ਦਾ ਸਾਥ ਨਾ ਦੇਈਏ, ਆਪਾਂ ਸਾਥ ਦੇਈਏ। ਜਿਹੜੀ ਬਾਕੀ ਜਿਹੜੀ ਸਾਡੀ ਬਰਾਦਰੀ ਬੈਠੀ ਆ ਦੂਜੀ ਪਿੰਡਾਂ ਦੇ ਵਿੱਚ, ਜਿੰਨੀ ਵੀ ਹੋਰ ਗੈਦਰਿੰਗ ਆ ਪਿੰਡਾਂ ਦੇ ਵਿੱਚ, ਜਿੰਨੇ ਵੀ ਵੋਟਰ ਸਪੋਰਟਰ ਨੇ, ਆਪਾਂ ਉਹਨਾਂ ਦਾ ਸਾਥ ਦੇਈਏ, ਕਬਜ਼ਾਧਾਰੀਆਂ ਦਾ ਸਾਥ ਨਾ ਦੇਈਏ। ਤੇ ਮੈਂ ਹਰੇਕ ਪੰਜਾਬੀ ਨੂੰ, ਹਰੇਕ ਜਿੰਨੇ ਵੀ ਕਾਬਜ਼ਕਾਰ ਨੇ, ਕਿਸਾਨ ਨੇ, ਮੈਂ ਉਹਨਾਂ ਨੂੰ ਬੇਨਤੀ ਲੈ ਦੇਣੀ, ਆਪਾਂ ਲਗਭਗ 850 ਏਕੜ ਦਾ ਕਬਜ਼ਾ ਲਿਆ ਦਸੂਹੇ ਦੇ ਬਲਾਕ, ਦਸੂਹਾ ਬਲਾਕ ਦੀ ਪਿੰਡ ਡਡਿਆਲ 'ਚ। ਉੱਥੇ ਲੋਕ ਆਪ ਅੱਗੇ ਆ ਕੇ ਉਹਨਾਂ ਨੇ ਜ਼ਮੀਨ ਛੱਡੀ ਤੇ ਅਸੀਂ ਉਹ ਜ਼ਮੀਨ ਠੇਕੇ ਤੇ ਵੀ ਉਹਨਾਂ ਲੋਕਾਂ ਨੂੰ ਦਿੱਤੀ ਆ। ਇੱਥੋਂ ਤੱਕ ਆ ਕਿ ਭਾਵੇਂ 7 ਸਾਲ ਦੀ ਲੀਜ਼ ਤੇ ਲੈ ਲਓ, ਇਹ ਲੋਕਾਂ ਦੀ ਮਰਜ਼ੀ ਆ ਕਿ 1 ਸਾਲ ਲਈ ਲੈਣੀ ਜਾਂ 7 ਸਾਲ ਲਈ ਲੈਣੀ। ਸਗੋਂ ਲੋਕਾਂ ਨੂੰ ਖੁਦ ਅੱਗੇ ਆ ਕੇ ਕਬਜ਼ਾ ਦੇਣਾ ਚਾਹੀਦਾ। ਤੇ ਹਮੇਸ਼ਾ ਬਰਕਤ ਉਸ ਕੰਮ 'ਚ ਹੀ ਪੈਂਦੀ ਹੈ ਜਿੱਥੇ ਆਪਾਂ ਪੈਸਾ ਖਰਚ ਕੇ ਕਮਾਈ ਕਰਦੇ ਹਾਂ। ਜਦੋਂ ਆਪਾਂ ਮੁਫਤ ਦੀ ਖਾਂਦੇ ਹਾਂ ਤਾਂ ਉਸ ਕੰਮ 'ਚ ਬਰਕਤ ਨਹੀਂ ਪੈਂਦੀ। ਜਦੋਂ ਪਿੰਡਾਂ ਦੇ ਵਿੱਚ ਜਾਈਦਾ, ਤਕਰੀਬਨ ਮੈਂ ਲੋਕਾਂ ਨੂੰ ਕਹਿੰਦੇ ਸੁਣਨਾ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ, ਜਿਨ੍ਹਾਂ ਲੋਕਾਂ ਨੇ ਪੰਚਾਇਤੀ ਜ਼ਮੀਨ ਵਾਹੀ, ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ, ਉਹ ਆਪ ਕਹਿ ਦਿੰਦੇ ਕਿ ਜੇ ਅਸੀਂ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ, ਸ਼ਾਮਲਾੜ ਤੇ ਕਬਜ਼ਾ ਕੀਤਾ, ਸਾਡੀ ਆਪ ਦੀ ਜ਼ਮੀਨ ਦੀ ਇਨਕਮ ਵੀ ਜਿਹੜੀ ਆ ਉਹ ਬਿਮਾਰੀ ਤੇ ਝਗੜੇ ਤੇ ਜਾਂ ਲੜਾਈਆਂ ਤੇ ਹੀ ਲੱਗੀ ਹੈ, ਸਾਡਾ ਕੋਈ ਚੰਗੇ ਪਾਸੇ ਨਹੀਂ ਉਹ ਪੈਸਾ ਲੱਗਾ। ਇਸ ਕਰਕੇ ਬੇਨਤੀ ਇਹ ਹੋਆ ਕਿ ਪੰਜਾਬ ਦੇ ਲੋਕਾਂ ਦੀ ਜ਼ਮੀਨ ਹੈ, ਉਹ ਜਿਵੇਂ ਕਹਿ ਦਿੰਦੇ ਆ ਨਾ, ਚੱਕੀ ਦਾ ਪੀਸਿਆ ਵੱਜ ਜਾਂਦਾ, ਦੰਦਾਂ ਦਾ ਪੀਸਿਆ ਨਹੀਂ ਵੱਜਦਾ। ਜਿੰਨੇ ਕਿਤੇ ਵੀ ਭਾਵੇਂ 10 ਮਰਲੇ ਕਿਤੇ ਸਰਕਾਰੀ ਜ਼ਮੀਨ ਵਲੀ ਹੋਵੇ, ਉਹ ਲੋਕ ਕਹਿ ਦਿੰਦੇ ਆ ਜੀ ਇਹਨੇ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ, ਇਹਨੇ ਸਰਕਾਰੀ ਜ਼ਮੀਨ ਤੇ ਘਰ ਬਣਾਇਆ, ਜਾਂ ਇਸ ਪੰਚਾਇਤੀ ਜ਼ਮੀਨ ਇਹਨੇ ਵਲੀ ਆ, ਪਿਛਲੀਆਂ 20 ਸਾਲਾਂ ਤੋਂ ਇਹ ਮੁਫਤ 'ਚ ਵਾਹੁੰਦੇ ਆ। ਉਹ ਦੰਦਾਂ ਦਾ ਪੀਸਿਆ ਜਿਹੜਾ ਉਹ ਨਹੀਂ ਵੱਜਦਾ, ਚੱਕੀ ਦਾ ਪੀਸਿਆ ਵੱਜ ਜਾਂਦਾ। ਜਿੰਨੇ ਵੀ ਕਿਸੇ ਦਾ ਹੱਕ ਖਾਦਾ, ਭਾਵੇਂ ਸਰਕਾਰ ਦੀ ਜ਼ਮੀਨ ਹੈ, ਸਰਕਾਰ ਦੀ ਜ਼ਮੀਨ ਤੇ ਲੋਕਾਂ ਦੀ ਹੈ ਨਾ। ਇਸ ਕਰਕੇ ਬੇਨਤੀ ਆ, ਆਪ ਖੁਦ ਅੱਗੇ ਆਉਣ ਤੇ ਚੰਗੇ ਲੋਕਾਂ ਦੀ ਸੂਚੀ ਦੇ ਵਿੱਚ ਸ਼ਾਮਲ ਹੋਣ। ਜਿਹੜੇ ਲੋਕ ਆਪ ਜ਼ਮੀਨ ਛੱਡਦੇ ਆ, ਅਸੀਂ ਉਹਨਾਂ ਨੂੰ ਸਨਮਾਨਿਤ ਵੀ ਕਰਦੇ ਆ, ਤੇ ਉਹ ਜ਼ਮੀਨ ਉਹ ਠੇਕੇ ਤੇ ਲੈ ਕੇ ਵਾਹੀ ਕਰਦੇ ਆ, ਤੇ ਨਾਲੇ ਪੁੰਨ ਨਾਲੇ ਫਲੀਆਂ, ਨਾਲ ਸਰਕਾਰ ਨੂੰ ਆਮਦਨ ਤੇ ਨਾਲੇ ਉਹਨਾਂ ਨੂੰ ਆਮਦਨ ਵੱਧ ਹੁੰਦੀ ਆ। ਤੇ ਮੈਂ ਇਹੋ ਬੇਨਤੀ ਕਰੂੰਗਾ ਕਿ ਜਿੰਨੀ ਵੀ ਜ਼ਮੀਨ ਆ ਉਹ ਪੰਜਾਬ ਸਰਕਾਰ ਨੂੰ ਭੁੱਲਰ ਸਾਹਿਬ ਜੀ, ਪੀਆਰਟੀਸੀ ਪਨ ਵਾਸਤੇ ਜਿਹੜੇ ਡਰਾਈਵਰ ਕੰਡਕਟਰ ਦੇ ਸਟ੍ਰਾਈਕ ਤੇ ਜਾਏ ਨੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਵੇਖੋ, ਪੀਆਰਟੀਸੀ ਦੀਆਂ ਜਿਹੜੀਆਂ ਬੱਸਾਂ ਉਹ ਨਿਰੰਤਰ ਚੱਲ ਰਹੀਆਂ, ਤੇ ਪਨ ਬੱਸ ਦੇ ਜਿਹੜੇ ਸਾਡੇ ਆਊਟਸੋਰਸ ਤੇ ਕੰਮ ਆ, ਉਹਨਾਂ ਦੀਆਂ ਜਿੰਨੀਆਂ ਮੰਗਾਂ ਜਾਇਜ਼ ਨੇ ਉਹ ਅਸੀਂ ਮੰਨਦੇ ਵੀ ਆਏ ਆ। ਕੁਝ ਆਗੂ ਜਿਹੜੇ ਉਹ ਗੁੰਮਰਾਹ ਕਰਕੇ, ਬੰਦ ਕਰਕੇ ਸਰਕਾਰ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਇਹਨਾਂ ਦੀਆਂ ਮੰਗਾਂ ਕੀ ਆ? ਮੰਗਾਂ ਇਹ ਆ ਜਿਹੜੇ 2014 ਦੀ ਪਾਲਿਸੀ ਬਣੀ ਆ ਅਕਾਲੀ ਗੌਰਮੈਂਟ ਵੇਲੇ ਦੀ, ਕਿ ਜਿਹਦੀਆਂ ਲਗਾਤਾਰ 3 ਸ਼ਿਕਾਇਤਾਂ ਆਈਆਂ ਉਹ ਬਲੈਕ ਲਿਸਟ ਹੋਇਆ, ਜਾਂ ਜਿਹਦਾ 10 ਲੀਟਰ ਤੋਂ ਉੱਪਰ ਡੀਜ਼ਲ ਚੋਰੀ ਉਹ ਬਲੈਕ ਲਿਸਟ ਹੋਇਆ, ਜਾਂ 400 ਤੋਂ ਵੱਧ ਦੀਆਂ ਸ਼ਿਕਾਇਤਾਂ ਉਹ ਬੰਦੇ ਬਲੈਕ ਲਿਸਟ ਹੋਏ ਆ। ਕਈ ਬੰਦਿਆਂ ਨੇ ਮਤਲਬ ਆਪਦਾ ਜੇ ਚੱਕਰ ਲਾਇਆ ਤੇ 40 ਲੀਟਰ ਡੀਜ਼ਲ ਇੱਕ ਚੱਕਰ ਚੋਂ ਕੱਢ ਲਿਆ। ਕਈਆਂ ਨੇ ਬੱਸਾਂ ਦੇ ਵਿੱਚ ਜਦੋਂ ਇੱਕ ਚੱਕਰ ਚੋਂ 10,000 5,000 ਦੀਆਂ ਟਿਕਟਾਂ ਚੋਰੀ ਕਰ ਲਈਆਂ। ਉਹਨਾਂ ਬੰਦਿਆਂ ਨੂੰ ਬਲੈਕ ਲਿਸਟ ਹੋਏ, ਜਿਹੜੇ 17 18 16 ਦੇ ਬਲੈਕ ਲਿਸਟ ਹੋਏ, ਪਿਛਲੀਆਂ ਸਰਕਾਰਾਂ ਦੇ ਬਲੈਕ ਲਿਸਟ ਹੋਏ ਬੰਦੇ, ਉਹ ਇਹ ਗਲਤ ਡਿਮਾਂਡ ਰੱਖ ਰਹੇ ਕਿ ਇਹਨਾਂ ਨੂੰ ਬਹਾਲ ਕੀਤਾ ਜਾਵੇ। ਜੇ ਉਹ ਬੰਦੇ ਵੇਖੋ ਬਹਾਲ ਹੋ ਜਾਂਦੇ ਆ ਜਿਹੜੇ ਬਲੈਕ ਲਿਸਟ, ਜਿਨ੍ਹਾਂ ਨੇ ਬੱਸਾਂ ਸਾਰੀ ਟਿਕਟ ਹੀ ਖਾ ਲਈ, ਤੇ ਉਹ ਜੇ ਬਹਾਲ ਹੁੰਦੇ ਆ ਤੇ ਆਉਣ ਵਾਲੇ ਸਮੇਂ 'ਚ ਫਿਰ ਜਿੰਨੇ ਵੀ ਡਰਾਈਵਰ ਕੰਡਕਟਰ ਉਹ ਕਹਿਣਗੇ ਬਹਾਲ ਤੇ ਹੋਈ ਜਾਣਾ, ਧਰਨਾ ਲਾ ਕੇ, ਤੇ ਫਿਰ ਆਪਾਂ ਕਰੀਏ ਘਪਲੇ, ਉਸੇ ਤਰ੍ਹਾਂ ਬੱਸ ਖਾ ਜਾਈਏ। ਅੱਗੇ ਹੀ ਆਪਾਂ ਵੇਖਦੇ ਹਾਂ ਡੀਜ਼ਲ ਦੀ ਚੋਰੀ, ਟਿਕਟਾਂ ਦੀ ਚੋਰੀ, ਰੋਜ਼ਾਨਾ ਫੜੇ ਜਾਂਦੇ ਆ। ਵੇਖੋ, ਸਾਰੇ ਮਾੜੇ ਵੀ ਨਹੀਂ ਤੇ ਸਾਰੇ ਚੰਗੇ ਵੀ ਨਹੀਂ। ਜਿਹੜੇ ਚੰਗੇ ਡਰਾਈਵਰ ਕੰਡਕਟਰ ਆ ਉਹ ਵਧੀਆ ਢੰਗ ਨਾਲ ਵੀ ਚੱਲਦੇ ਆ, ਪਰ ਜਿਹੜੇ ਗਲਤ ਕਰਦੇ ਆ, ਪੰਜਾਬ ਦਾ ਪੈਸਾ ਖਾਂਦੇ ਆ, ਪੰਜਾਬ ਸਰਕਾਰ ਦਾ ਹੱਕ ਖਾਂਦੇ, ਪੰਜਾਬ ਦੇ ਲੋਕਾਂ ਦਾ ਹੱਕ ਖਾਂਦੇ ਆ, ਵੇਖੋ ਉਹਨਾਂ ਨੂੰ ਕੋਈ ਹੱਕ ਨਹੀਂ। ਕਈ ਇਹੋ ਜਿਹੇ ਬੰਦੇ ਜਿਨ੍ਹਾਂ ਦੀ ਵਾਰ-ਵਾਰ ਰਿਪੋਰਟ ਹੁੰਦੀ ਆ ਉਹ ਫੇਰ ਨਹੀਂ ਹਟਦੇ। ਤੇ ਕਈ ਵਿੱਚ ਮੰਗਾਂ ਜਾਇਜ਼ ਵੀ ਹੈਗੀਆਂ, ਬਹੁਤੀਆਂ ਮੰਗਾਂ ਜਿਹੜੀਆਂ, ਜਿਵੇਂ ਹੁਣ ਬੱਸਾਂ ਆਪਾਂ ਪੀਆਰਟੀਸੀ ਦੀਆਂ ਕਿਲੋਮੀਟਰ ਸਕੀਮ ਤੇ ਆਪਾਂ ਟੈਂਡਰ ਕੱਢਣਾ ਸੀ, ਲੋਕਾਂ ਨੂੰ ਪਾਉਣ ਨੂੰ ਦੇਣੀਆਂ ਸਨ, ਉਹ ਵੀ ਇਹਨਾਂ ਦੀ ਡਿਮਾਂਡ ਹੈ ਕਿ ਕਿਲੋਮੀਟਰ ਸਕੀਮ ਤੇ ਨਾ ਕੱਢੀਆਂ ਜਾਣ। ਵੇਖੋ, ਸਰਕਾਰ ਨੇ ਇਹ ਵੇਖਣਾ ਵੀ ਪੈਸਾ ਕਿੱਥੋਂ ਸਾਨੂੰ ਵੱਧ ਆਉਂਦਾ, ਕਿੱਥੋਂ ਇਨਕਮ ਸਰਕਾਰ ਨੂੰ ਵੱਧ ਆਉਂਦੀ ਆ, ਤੇ ਇਹਨਾਂ ਦੀ ਮੰਗ ਹੈ ਵੀ ਕਿਲੋਮੀਟਰ ਸਕੀਮ ਤੇ ਨਾ ਪਾਈਆਂ ਜਾਣ, ਸਰਕਾਰ ਆਪਦੀਆਂ ਬੱਸਾਂ ਪਾਵੇ। ਵੇਖੋ, ਸਰਕਾਰ ਨੇ ਪਹਿਲਾਂ ਇਹ ਵੇਖਣਾ ਵੀ ਸਾਡੇ ਪੈਸੇ ਕਿੰਨੇ ਖਰਚ ਹੁੰਦੇ ਆ, ਸਾਨੂੰ ਪੈਸੇ ਕਿੱਥੋਂ ਵੱਧ ਮੁਨਾਫਾ ਆਉਂਦਾ,
ਕਿਲੋਮੀਟਰ ਸਕੀਮ ਤੇ ਪਾਉਂਦੇ ਆ, ਸਾਨੂੰ 1 ਰੁਪਈਆ ਨਹੀਂ ਲਾਉਣਾ ਪੈਣਾ, ਇਨਕਮ ਸਾਨੂੰ ਫ੍ਰੀ ਦੀ ਆਉਣੀ ਹੈ। ਤੇ ਜੇ ਅਸੀਂ ਆਪ ਉਹ ਬੱਸਾਂ ਪਾਉਂਦੇ ਆ, ਵੋਲਵੋ ਬੱਸਾਂ ਪਾਉਣੀਆਂ, 1 ਕਰੋੜ ਦੀ ਇੱਕ ਬੱਸ ਪੈਂਦੀ, ਉਹਦਾ ਵਿਆਜ ਕਿੰਨਾ ਬਣਦਾ, ਫਿਰ ਉਹਦੀ ਸਪੇਅਰ ਪਾਰਟ ਹੋਣਾ, ਰਿਪੇਅਰ ਹੋਣੀ ਆ, ਡਰਾਈਵਰ ਰੱਖਣੇ ਆ, ਕੰਡਕਟਰ ਰੱਖਣੇ ਆ, ਤੇ ਸਰਕਾਰ ਨੇ ਤੇ ਇਹ ਵੇਖਣਾ ਸਾਨੂੰ ਫਾਇਦਾ ਕਿੱਥੋਂ ਆਉਂਦਾ। ਕਈ ਮੰਗਾਂ ਜਿਹੜੀਆਂ ਉਹਨਾਂ ਦੀਆਂ ਨਜਾਇਜ਼ ਨੇ, ਉਹ ਨਜਾਇਜ਼ ਮੰਗਾਂ ਵੇਖੋ ਦਬਾਅ ਬਣਾਇਆ ਨਹੀਂ ਪੂਰੀਆਂ ਹੋਣੀਆਂ, ਜਿਹੜੀਆਂ ਜਾਇਜ਼ ਮੰਗਾਂ ਉਹ ਅਸੀਂ ਪੂਰੀਆਂ ਕਰਾਂਗੇ। ਇੱਕ ਮੰਤਰੀ ਸਾਹਿਬ ਜਿਹੜਾ ਅੱਜ ਕਾਰਵਾਈ ਹੋਈ ਹੈ ਜੀ, ਜਿਹੜਾ ਕਬਜ਼ੇ ਛੜਾ ਗਿਆ, ਉਹਦੇ ਜਿਹਨੇ ਨਿਕਲ ਕੇ ਆ ਰਿਹਾ ਜੀ ਰੋਲਾ ਇਹ ਵੀ ਜ਼ਿਆਦਾਤਰ ਕਬਜ਼ੇ ਆਪਣੇ ਆਪ ਵਾਲੇ ਵਰਕਰਾਂ ਦੇ ਸੀ। ਕਿਆ ਤੁਸੀਂ ਪਾਰਟੀ ਵਰਕਰਾਂ ਨੂੰ ਵੀ ਅਪੀਲ ਕਰੋਗੇ ਵੀ ਆਪਣੇ ਜਿਹੜੇ ਕਬਜ਼ੇ ਵਗੈਰਾ ਛੱਡੇ ਹਨ? ਬਿਲਕੁਲ, ਮੈਂ ਤੇ ਪਹਿਲਾਂ ਹੀ ਅਪੀਲ ਕੀਤੀ, ਮੈਂ ਐਮਐਲਏ ਸਾਹਿਬਾਨਾਂ ਨੂੰ ਕਹਿਤਾ ਕਿ ਜਿਹਦੇ ਕੋਲ ਵੀ ਕਬਜ਼ਾ ਉਤੋਂ ਛਡਾਇਆ ਜਾਵੇ, ਆਪਾਂ ਪੂਰੇ ਪਿੰਡ ਨੂੰ ਖੁਸ਼ ਕਰੀਏ, ਨਾ ਕਿ ਕੋਈ 10-20 ਬੰਦਿਆਂ ਨੂੰ। ਵੇਖੋ ਭਾਵੇਂ ਆਮ ਆਦਮੀ ਪਾਰਟੀ ਦੇ ਨੇ, ਭਾਵੇਂ ਅਕਾਲੀ ਦਲ, ਕਾਂਗਰਸ ਦੇ, ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਨੇ। ਮੈਂ ਤੇ ਉਹ ਬੇਨਤੀ ਕਰੂੰਗਾ ਕਿ ਪੰਜਾਬ ਸਰਕਾਰ ਦੀ, ਪੰਜਾਬ ਦੇ ਲੋਕਾਂ ਦੀ ਜ਼ਮੀਨ ਹੈ, ਤੇ ਆਪਾਂ ਅੱਗੇ ਆਈਏ, ਲੋਕਾਂ ਨੂੰ ਵੀ ਆਪਾਂ ਨਸੀਹਤ ਬਣੀਏ, ਲੋਕਾਂ ਵਾਸਤੇ ਇੱਕ ਪ੍ਰੇਰਨਾ ਸਰੋਤ ਬਣੀਏ ਕਿ ਇਹਨਾਂ ਲੋਕਾਂ ਨੇ ਆਪ ਖੁਦ ਅੱਗੇ ਆ ਕੇ ਪੰਜਾਬ ਸਰਕਾਰ ਦੀ ਜ਼ਮੀਨ ਪੰਜਾਬ ਸਰਕਾਰ ਦੇ ਹਵਾਲੇ ਕੀਤੀ, ਪੰਜਾਬ ਦੇ ਲੋਕਾਂ ਦੇ ਹਵਾਲੇ ਕੀਤੀ ਆ। ਬਾਕੀ ਜ਼ਮੀਨ ਤੇ ਛੱਡਣੀ ਪੈਣੀ ਆ, ਕਿਉਂਕਿ ਪਹਿਲੇ ਮੁੱਖ ਮੰਤਰੀ ਐਮਐਲਏ ਉਹ ਖੁਦ ਆ ਜ਼ਮੀਨਾਂ ਦੇ ਕਬਜ਼ੇ ਕਰਾਉਂਦੇ ਸਨ। ਉਹ ਜ਼ਮੀਨਾਂ ਦੇ ਜਿਹੜੇ ਕਬਜ਼ੇ ਕਰਾਏ ਹੁੰਦੇ ਸਨ ਉਹ ਐਮਐਲਏ ਮੰਤਰੀਆਂ ਦੇ ਹੀ ਸਨ, ਕਿਉਂਕਿ ਜੇ ਠੇਕਾ ਮੌਕੇ ਦਾ 40,000 ਹੋਣਾ ਜਾਂ 30,000 ਹੋਣਾ, ਉਹਨਾਂ ਐਮਐਲਏਆਂ ਨੇ 10,000 15,000 ਦੇ ਹਿਸਾਬ ਨਾਲ ਗ੍ਰਾਹੀ ਕਰਕੇ ਤੇ ਉਹਨਾਂ ਐਮਐਲਏ ਮੰਤਰੀਆਂ ਨੇ ਲੈ ਜਾਣੇ। ਨਾ ਤੇ ਸਾਡਾ ਕੋਈ ਐਮਐਲਏ ਮੰਤਰੀ ਕਿਸੇ ਤੋਂ 1 ਰੁਪਈਆ ਠੇਕੇ ਦੀ ਪੈਲੀ ਚੋਂ ਰਵਾਦਾਰ ਆ। ਇਹ ਪੰਜਾਬ ਦੇ ਲੋਕਾਂ ਦੀ ਇਨਕਮ ਬਣੂਗੀ, ਇਹ ਕੋਈ ਐਮਐਲਏ ਮੰਤਰੀ ਦੀ ਇਨਕਮ ਨਹੀਂ ਬਣੂਗੀ। ਵੇਖੋ ਪਹਿਲੀਆਂ ਸਰਕਾਰਾਂ ਦੇ ਵਿੱਚ ਦੱਸਣ ਪਿਛਲਾ ਡਾਟਾ ਕੱਢ ਕੇ, ਅਫਸਰਾਂ ਤੋਂ ਭਾਵੇਂ ਡਾਟਾ ਕਢਵਾ ਲਿਓ, ਕਿਤੇ 1-2 ਕਿੱਲੇ ਭਾਵੇਂ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛਡਾਇਆ, 1-2 ਕਿੱਲੇ ਛਡਾਏ ਤੇ 100 ਏਕੜ ਫਿਰ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਾਤਾ। ਆਮ ਆਦਮੀ ਪਾਰਟੀ ਦੀ ਸਰਕਾਰ ਬਣਤੇ 1 ਏਕੜ ਤੇ ਨਵਾਂ ਕਬਜ਼ਾ ਨਹੀਂ ਆ, 11,500 ਏਕੜ ਤੋਂ ਵੱਧ ਕਬਜ਼ਾ ਜਿਹੜਾ ਪੰਚਾਇਤੀ ਜ਼ਮੀਨ ਦਾ ਉਹ ਛਡਾਇਆ। ਤੇ ਮੈਂ ਇਹੋ ਬੇਨਤੀ ਕਰਦਾ ਕਿ ਆਉਣ ਵਾਲੇ ਦਿਨਾਂ 'ਚ ਜਿਹੜੀ ਜ਼ਮੀਨ ਹੈ ਇਹ ਆਪ ਹੀ ਜੇ ਕਿਸਾਨ ਛੱਡ ਦੇਣ, ਜਿਵੇਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੀਸੀ ਕਰਦਿਆਂ ਕਿਹਾ ਕਿ ਜੇ ਤੇ ਆਪ ਅੱਗੇ ਆ ਕੇ ਜਿਹੜੇ ਕਿਸਾਨ ਵੀਰ ਛੱਡਣਗੇ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ, ਜਿਹੜਾ ਨਹੀਂ ਛੱਡੇਗਾ ਲੜਾਈ ਝਗੜਾ ਕਰੇਗਾ, ਨਾਲੇ ਖਰਚਾ ਤੇ ਨਾਲੇ ਪਰਚਾ। ਹੋ ਸਕਦਾ ਪਿਛਲੇ ਜਦੋਂ ਦੀ ਇਹ ਜ਼ਮੀਨ ਵਾਹੁੰਦੇ ਆ, ਜੇ 40-50 ਸਾਲ ਤੋਂ ਕਬਜ਼ਾ, ਹੋ ਸਕਦਾ 40-50 ਸਾਲਾਂ ਦਾ ਜਿਹੜਾ ਕਬਜ਼ਾ ਕੀਤਾ ਉਹ ਸਾਰੇ ਦਾ ਸਾਰਾ ਖਰਚਾ ਪੈ ਜੇ, ਤੇ ਆਪਦੀ ਪੂੰਜੀ ਵੀ ਹੋ ਸਕਦਾ ਇੱਧਰ ਸਰਕਾਰ ਨੂੰ ਦੇਣੀ ਪਵੇ। ਕਿਉਂਕਿ ਵੇਖੋ ਸਰਕਾਰ ਦੀ ਜ਼ਮੀਨ ਆ ਐਂਡ ਤੇ ਆ ਕੇ ਜਿਹੜਾ ਮਾਲਕ ਹੈ ਮਾਲਕ ਹੀ ਰਹਿਣਾ। ਮਾਲਕੀ ਖਾਨੇ ਦੇ ਵਿੱਚ ਵੀ ਸ਼ਾਮਲਾਟ ਜਿਹੜੀ ਬੋਲਦੀ ਪਈ ਆ, ਸ਼ਾਮਲਾਟ ਸਰਕਾਰ ਦੀ ਹੁੰਦੀ ਆ, ਮਾਲਕੀ ਖਾਨੇ ਸ਼ਾਮਲਾਟ ਜ਼ਮੀਨ ਬੋਲਦੀ। ਮਤਲਬ ਜਿਹੜੀ ਜ਼ਮੀਨ ਤੁਸੀਂ ਖਾਲੀ ਕਰਾਈ ਹੈ ਇਹ ਅੱਗੇ ਤੁਸੀਂ ਫਿਕਸ ਰੇਟ ਦੇ ਉੱਪਰ ਕੋਈ ਜਿਹੜੀ ਹੈ ਠੇਕੇ ਤੇ ਦੋਗੇ ਜਾਂ ਕਿਵੇਂ ਹੈ ਇਹਦਾ? ਦੇਖੋ ਫਿਕਸ ਰੇਟ ਕੋਈ ਨਹੀਂ ਹੁੰਦਾ ਪੰਚਾਇਤੀ ਜ਼ਮੀਨ ਦਾ, ਉਹਦੀ ਬੋਲੀ ਕਰਾਈ ਜਾਵੇਗੀ, ਖੁੱਲੀ ਬੋਲੀ ਕਰਾਈ ਜਾਵੇਗੀ। ਜਿਹੜਾ ਬੋਲੀ ਦੇ ਵਿੱਚ ਵੱਧ ਪੈਸੇ ਦੇਵੇਗਾ ਉਸ ਇਨਸਾਨ ਨੂੰ, ਉਸ ਵਿਅਕਤੀ ਨੂੰ ਜ਼ਮੀਨ ਦਿੱਤੀ ਜਾਵੇਗੀ। ਮੰਤਰੀ ਸਾਹਿਬ ਇੱਕ ਇੱਥੇ ਨਾ ਜਿਵੇਂ ਜਗਰਾਵਾਂ ਕਾਂਡ ਹੋਇਆ ਸੀ, ਐਨਆਰਵੀ ਕੋਠੀ ਦਿੱਤੀ ਗਈ ਆ, ਉਹ ਖੰਨੇ ਵੀ ਇਹੋ ਜਿਹੀ ਗੱਲਬਾਤ ਹੋਈ ਹੈ ਜੀ, ਗੁਆਂਢੀਆਂ ਵੱਲੋਂ ਬੰਦੇ ਪਰ ਬਾਹਰ ਨਹੀਂ ਜੀ। ਦੇਖੋ ਇਹਦੇ ਵੈਰੀਫਾਈ ਕਰਾਂਗੇ, ਜੇ ਵਾਕਿਆ ਕੋਈ ਹੋਵੇਗਾ ਤੇ ਜੇ ਕੁਝ ਹੋਵੇਗਾ ਗਲਤ ਪਤਾ ਕਰਾਵਾਂਗੇ, ਜੇ ਕੁਝ ਹੋਵੇਗਾ ਉੱਤੇ ਕਾਰਵਾਈ ਹੋਵੇਗੀ। ਐਸਡੀਪੀਓ ਦਫ਼ਤਰ ਖੰਨਾ ਵਿੱਚ ਬਹੁਤ ਘਪਲੇ ਹੋਏ ਨੇ, ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਵੀ ਲੱਗਦੀਆਂ ਰਹੀਆਂ ਨੇ, ਉਹਨਾਂ ਦੀ ਜਾਂਚ ਹੋਵੇਗੀ? ਬਿਲਕੁਲ ਜੀ, ਜਿੰਨੇ ਕਿਸੇ ਵੀ ਅਧਿਕਾਰੀ ਨੇ ਕੁਝ ਗਲਤ ਕੀਤਾ ਉੱਤੇ ਬਣਦੀ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਹੋਵੇਗੀ। ਮੰਤਰੀ ਸਾਹਿਬ ਅੱਜ ਕਿੰਨੇ ਕਿੱਲੇ ਛਡਾਏ ਨੇ ਜੀ, ਕਿੰਨੇ ਏਕੜ ਛਡਾਏ ਗਏ ਨੇ? ਅੱਜ 100 ਏਕੜ ਤੋਂ ਲਗਭਗ 100 ਏਕੜ ਤੋਂ ਵੱਧ ਜ਼ਮੀਨ ਅੱਜ ਛਡਾਈ ਗਈ ਆ। ਆਉਣ ਵਾਲੇ ਦਿਨਾਂ 'ਚ ਇਸੇ ਤਰ੍ਹਾਂ ਹੀ ਜਿਹੜੀ ਇਹ ਪੰਚਾਇਤੀ ਜ਼ਮੀਨ ਆ ਉਹ ਹਰੇਕ ਪਿੰਡ 'ਚੋਂ, ਹਰੇਕ ਸ਼ਹਿਰ 'ਚੋਂ ਜਿੱਥੇ ਵੀ ਸਾਡੀ ਪੰਚਾਇਤੀ ਜ਼ਮੀਨ। ਮੰਤਰੀ ਸਾਹਿਬ ਇੱਕ ਬੁੱਲੇਪੁਰ ਪਿੰਡ ਪੈਂਦਾ ਕੋਰੇ ਆ ਜੀ, ਇੱਕ ਪਿੰਡ ਦੀ ਜ਼ਮੀਨ? ਹਾਂ ਮੰਤਰੀ ਸਾਹਿਬ। ਹਾਂਜੀ, ਈਸੜੂ ਪਿੰਡ ਦੀ 100 ਏਕੜ ਜ਼ਮੀਨ ਹੈ। ਮੰਤਰੀ ਸਾਹਿਬ ਬੁੱਲੇਪੁਰ ਪਿੰਡ ਪੈਂਦਾ ਇੱਥੇ ਹੀ ਇੱਕ, ਉਹਦੇ 4.5 ਏਕੜ ਜ਼ਮੀਨ ਆ ਜੀ, ਕਿਸੇ ਬੰਦੇ ਵੱਲੋਂ ਕਬਜ਼ੇ ਕੀਤੇ ਹੋਏ ਨੇ, ਉੱਥੇ ਗਰਾਊਂਡ ਬਣਨਾ ਸੀ ਬੱਚਿਆਂ ਲਈ। ਬਿਲਕੁਲ ਉਹਨਾਂ ਨੇ 5 ਸਾਲ ਲੜਾਈ ਵੀ ਲੜੀ ਪੰਚਾਇਤ ਨੇ, ਪੰਚਾਇਤ ਦੇ ਹੱਕ 'ਚ ਕੋਰਟ ਨੇ ਫੈਸਲਾ ਕਰਤਾ ਜੀ। ਉਹ ਡੀਡੀਪੀਓ ਸਾਹਿਬ ਕੋਲ ਕੇਸ ਹੈ, ਗਰਾਊਂਡ ਬਣਾਉਣੀ ਹੈ, ਗਰਾਊਂਡ 1.5 ਸਾਲ ਹੋ ਗਏ ਆਪਣੇ ਲੜ ਕੇ ਯਾਰ ਗਰਾਊਂਡ ਬਣਨਾ। ਬਿਲਕੁਲ ਦੇਖੋ ਮੁੱਖ ਮੰਤਰੀ ਪੰਜਾਬ ਸਰਦਾਰ ਤਰੀਕਾ ਪਈ ਜਾ ਰਹੀਆਂ ਨੇ। ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਏਜੰਡਾ ਵੀ ਇਹ ਆ ਕਿ ਸਾਡੇ ਪੰਜਾਬ ਦੇ ਹਰੇਕ ਬਲਾਕ ਦੇ ਵਿੱਚ, ਹਰੇਕ ਪਿੰਡ ਦੇ ਵਿੱਚ ਗਰਾਊਂਡਾਂ ਬਣ, ਤਾਂ ਜੋ ਸਾਡੇ ਬੱਚੇ ਜਿਹੜੇ ਉਹ ਖੇਡ ਮੱਲ ਸਕਣ ਤੇ ਸਾਡੀ ਜਵਾਨੀ ਜਿਹੜੀ ਆ। 1.5 ਸਾਲ ਤੋਂ ਮਤਲਬ ਥੋੜਾ ਡੀਡੀਪੀਓ ਡਿਪਾਰਟਮੈਂਟ ਦਾ ਪੰਚਾਇਤੀ ਹੈਗਾ ਜੀ, ਡੀਡੀਪੀ ਸਾਹਿਬ ਕੋਲ ਕੰਪਲੇਂਟ ਹੈ, ਉੱਥੇ ਲੜਕੀ ਹੋਈ ਹੈ ਜੀ, ਤਰੀਕਾ ਪਈ ਜਾ। ਸਾਡੇ ਡੀਡੀਪੀ ਸਾਹਿਬ ਬੜੇ ਮਿਹਨਤੀ ਨੇ, ਡੀਡੀਪੀਓ ਸਾਹਿਬ ਨੇ ਵੀ ਨਵੇਂ ਨੇ ਜੁਆਇਨ ਕਰ ਲਿਆ। ਜੋ ਵੀ ਕੇਸ ਹੋਵੇਗਾ ਜਲਦੀ ਹੱਲ ਕਰਕੇ ਅਸੀਂ ਉੱਥੇ ਗਰਾਊਂਡ ਬਣਾਵਾਂਗੇ ਤਾਂ ਜੋ ਸਾਡੇ ਬੱਚੇ, ਨੌਜਵਾਨ ਬੱਚੀਆਂ ਖੇਡ ਮੱਲ ਸਕਣ ਤੇ ਸਾਡੇ ਪੰਜਾਬ ਦਾ, ਸਾਡੇ ਸੂਬੇ ਦਾ, ਖੰਨੇ ਦਾ ਨਾਮ ਰੋਸ਼ਨ। ਮੰਤਰੀ ਜੀ ਲਾਸਟ ਕੁਐਸਚਨ ਹੈ ਜੀ, ਐਗਜ਼ੀਬਿਸ਼ਨ ਤੇ ਪੀਐਮ ਸਾਹਿਬ ਦੇ ਵਿੱਚ ਬੜੀ ਤਰੱਕੀ ਚੱਲ ਰਹੀ ਹੈ, ਕੀ ਮੰਨਦੇ? ਦੇਖੋ ਜਿਹੜਾ ਗੁਰਬਾਣੀ ਦਾ ਸਿੱਧਾ ਪ੍ਰਸਾਦ ਨੂੰ ਲੈ ਕੇ ਉਹ ਤੇ ਹਰੇਕ ਵਿਅਕਤੀ ਖੁਸ਼ ਆ।
ਪੂਰੇ ਭਾਰਤ ਦੇ ਲੋਕ ਖੁਸ਼ ਨੇ, ਪੂਰੀ ਦੁਨੀਆ ਦੇ ਲੋਕ ਖੁਸ਼ ਆ ਕਿ ਫ੍ਰੀ ਦੇ ਵਿੱਚ ਗੁਰਬਾਣੀ ਦਾ ਪ੍ਰਸਾਰਣ ਹੋਵੇਗਾ। ਇਹਦੇ ਦੇ ਵਿੱਚ ਵੇਖੋ ਐਜੀਪੀਸੀ ਨੂੰ ਤੇ ਕੋਈ ਤਲਖੀ ਚਾਹੀਦੀ ਨਹੀਂ, ਜਿਹੜੀ ਤਲਖੀ ਆ ਉਹ ਇਕੱਲੀ ਅਕਾਲੀ ਦਲ ਨੂੰ, ਬਾਦਲ ਪਰਿਵਾਰ ਨੂੰ, ਕਿਉਂਕਿ ਪੀਟੀਸੀ ਚੈਨਲ ਦੀ ਕਮਾਈ ਰੁਕ ਜਾਣੀ ਆ। ਬਾਕੀ ਦੇ ਸਾਰੇ ਚੈਨਲਾਂ ਨੂੰ ਫ੍ਰੀ ਦੇ ਵਿੱਚ ਗੁਰਬਾਣੀ ਦਾ ਜਿਹੜਾ ਰਿਕਾਰਡਿੰਗ ਕਰਨ ਦਾ ਪ੍ਰਸਾਰਣ ਕਰਨ ਦੀ ਖੋਲਿਆ ਤੇ ਕੋਈ ਵੀ ਚੈਨਲ ਜਿਵੇਂ ਤੁਹਾਡੇ ਚੈਨਲ ਨੇ, ਤੁਸੀਂ ਹਰ ਚੀਜ਼ ਦੇ ਤੁਸੀਂ ਜਾ ਕੇ ਉੱਥੇ ਅਪਲਾਈ ਕਰਕੇ ਗੁਰਬਾਣੀ ਦਾ ਰਿਕਾਰਡਿੰਗ ਕਰਕੇ ਪ੍ਰਸਾਰਣ ਕਰ ਸਕਦੇ ਤੇ ਹਰੇਕ ਨੂੰ ਖੁੱਲ੍ਹ ਚਾਹੀਦੀ ਆ, ਕਿਉਂਕਿ ਗੁਰਬਾਣੀ ਸਰਬ ਸਾਂਝੀ ਹੈ, ਸਾਰਿਆਂ ਦੀ ਸਾਂਝੀ ਹੈ। ਗੁਰਬਾਣੀ ਹਰੇਕ ਦੇ ਕੰਨ ਤੱਕ ਪਹੁੰਚਣੀ ਚਾਹੀਦੀ ਆ। ਮੈਂ ਖੁਦ ਬਾਰਡਰ ਬੈਲਟ ਤੋਂ 70 ਤੋਂ 80% ਲੋਕ ਜਿਹੜੇ ਗਰੀਬ ਆ, ਪੇਡ ਚੈਨਲ ਜਿਹੜੇ ਆ ਉਹ ਨਹੀਂ ਲਵਾ ਸਕਦੇ। ਲੋਕਾਂ ਦੇ ਘਰਾਂ 'ਚ ਫ੍ਰੀ ਵਾਲੀਆਂ ਡਿਸ਼ਾਂ, ਫ੍ਰੀ ਵਾਲੀ ਕੇਬਲ ਆ, ਤੇ ਜੇ ਕੋਈ ਪੀਟੀਸੀ ਚੈਨਲ ਅਫੋਰਡ ਕਰਦਾ, ਉਹ ਜੇ ਕਿਸੇ ਨੂੰ ਕੋਈ ਰੈਂਟ ਵੱਧ ਦਊ ਤੇ ਤਾਂ ਹੀ ਪੀਟੀਸੀ ਚੈਨਲ ਲੱਗ ਸਕਦਾ। ਹਰੇਕ ਘਰ ਤੱਕ, ਹਰੇਕ ਕੰਨ ਤੱਕ ਗੁਰਬਾਣੀ ਪਹੁੰਚਣੀ ਚਾਹੀਦੀ ਆ। ਸਰਬੱਤ ਦਾ ਭਲਾ ਹੋਣਾ ਚਾਹੀਦਾ। ਮੰਤਰੀ ਸਾਹਿਬ ਐਜੀਪੀਸੀ ਨੇ ਵੀ ਚੇਤਾਵਨੀ ਵੀ ਦਿੱਤੀ ਹੈ ਵੀ ਅਗਰ ਇਹ ਆਰਡੀਨੈਂਸ ਵਾਪਸ ਨਾ ਲਿਆ ਤਾਂ ਜਿਹੜੇ ਐਜੀਪੀਸੀ ਮੈਂਬਰ ਨੇ ਆਪਣੇ ਆਪਣੇ ਹਲਕੇ ਦੇ ਵਿੱਚ ਕੀਰਤਨ ਦੇ ਰੂਪ ਦੇ ਵਿੱਚ ਰੋਜ਼ ਵਿਅਕਤ ਕਰਨਗੇ। ਵੇਖੋ ਕੀ ਅਸਰ ਨਹੀਂ ਪਊਗਾ ਜੀ ਆਉਣ ਵਾਲੇ 2024 ਪਹਿਲੇ ਸਿੰਘ ਸਾਹਿਬ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ 6 ਮਹੀਨੇ ਪਹਿਲਾਂ ਖੁਦ ਕਿਹਾ ਸੀ ਕਿ ਐਜੀਪੀਸੀ ਨੂੰ ਆਪਣਾ ਚੈਨਲ ਬਣਾਉਣਾ ਚਾਹੀਦਾ ਤੇ ਫ੍ਰੀ ਦੇ ਵਿੱਚ ਗੁਰਬਾਣੀ ਦਾ ਪ੍ਰਸਾਰਣ ਹੋਣਾ ਚਾਹੀਦਾ। ਇਹ ਪਹਿਲਾਂ ਆਪਸ ਦੇ ਵਿੱਚ ਬਹਿ ਕੇ ਫੈਸਲਾ ਕਰਨ ਕਿ ਕੀ ਹੋਣਾ ਚਾਹੀਦਾ, ਤੇ ਮੈਂ ਤੇ ਇਹ ਕਹਿੰਦਾ ਫ੍ਰੀ ਦੇ ਵਿੱਚ ਗੁਰਬਾਣੀ ਦਾ ਪ੍ਰਸਾਰਣ ਹੋਣਾ ਚਾਹੀਦਾ। ਕੋਈ ਟੈਂਡਰ ਨਹੀਂ ਲੱਗਣਾ ਚਾਹੀਦਾ, ਨਾ ਕਿਸੇ ਚੈਨਲ ਵਾਲੇ ਤੋਂ ਕੋਈ ਟੈਂਡਰ ਦੇ ਪੈਸੇ ਲੈਣੇ ਚਾਹੀਦੇ ਆ, ਤੇ ਨਾ ਅਗਲੇ ਬੰਨੇ ਪੇਡ ਚੈਨਲ ਚਾਹੀਦਾ। ਫ੍ਰੀ ਦੇ ਵਿੱਚ ਉਹ ਚੈਨਲ ਚੱਲਣਾ ਚਾਹੀਦਾ। ਧੰਨਵਾਦ। ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਧੀਮਾਨ ਦੀ ਖਾਸ ਰਿਪੋਰਟ।